मेरा टॉपिक है स्टडी इन ताइवान एंड ਤੁਸੀਂ ਸਾਊਥ ਕੋਰੀਆ ਜਾਂ ਜਾਪਾਨ ਜਾਂ ਅਦਰ ਕੰਟਰੀ ਦੇ ਵਿੱਚ ਸੈਟਲਮੈਂਟ ਕਿਵੇਂ ਹੋ ਸਕਦੇ ਹੋ। ਸਭ ਤੋਂ ਮੇਨ ਟੌਪਿਕ ਹੈ ਆਪਣਾ ਸਟੱਡੀ ਇਨ ਤਾਈਵਾਨ। ਤਾਈਵਾਨ ਦੇ ਵਿੱਚ ਤੁਸੀਂ ਸਟੱਡੀ ਵੀਜ਼ੇ ਦੀ ਫਾਈਲ ਅਪਲਾਈ ਕਰ ਸਕਦੇ ਹੋ, ਚਾਹੇ ਤੁਹਾਡੇ 50% ਨੇ, ਚਾਹੇ ਤੁਹਾਡੇ ਜਿੰਨਾ ਮਰਜ਼ੀ ਤੁਹਾਡਾ ਗੈਪ ਹੈ, ਤੁਸੀਂ ਬਿਲਕੁਲ ਵਿਦਆਊਟ ਆਈਲੈਟਸ ਵੀਜ਼ੇ ਦੀ ਫਾਈਲ ਨੂੰ ਅਪਲਾਈ ਕਰ ਸਕਦੇ ਹੋ। ਤਾਈਵਾਨ ਦੇ ਵਿੱਚ ਸਟੱਡੀ ਕਰਨ ਦਾ ਕੀ ਬੈਨੀਫਿਟ ਹੈ? ਸਭ ਤੋਂ ਪਹਿਲਾਂ ਤਾਂ ਤਾਈਵਾਨ ਦੇ ਵਿੱਚ ਟੂ ਟਾਈਪ ਦੀਆਂ ਸਕੋਲਰਸ਼ਿਪ ਮਿਲਦੀ ਹੈ। ਜਿਹੜੀ ਸਕੋਲਰਸ਼ਿਪ ਮਿਲਦੀ ਹੈ ਉਹ ਮਿਲਦੀ ਹੈ ਗੌਰਮੈਂਟ ਦੇ ਵੱਲੋਂ, ਐਂਡ ਸੈਕਿੰਡ ਜੋ ਸਕੋਲਰਸ਼ਿਪ ਮਿਲਦੀ ਹੈ ਉਹ ਮਿਲਦੀ ਹੈ ਯੂਨੀਵਰਸਿਟੀ ਦੇ ਵੱਲੋਂ। ਹੁਣ ਜਿਸ ਦੇ ਵਿੱਚ ਨੀਅਰ ਅਬਾਊਟ 2000 ਸੀਟਾਂ ਹੁੰਦੀਆਂ, 1 ਈਅਰ ਦੇ ਵਿੱਚ 4000 ਸੀਟਸ ਹੁੰਦੀ ਹੈ। ਜੇ ਤੁਸੀਂ 4000 ਸੀਟਸ ਦੇ ਵਿੱਚ ਅਵੇਲੇਬਲ ਹੋ ਜਾਂਦੇ ਹੋ ਦੈਨ ਤੁਸੀਂ ਸਕੋਲਰਸ਼ਿਪ ਲੈ ਸਕਦੇ ਹੋ। ਅਦਰਵਾਈਜ਼ ਇਸ ਦੀ ਜੋ ਫੀਸ ਆਉਂਦੀ ਹੈ ਮੈਂ ਇੰਡੀਅਨ ਕਰੰਸੀ ਦੇ ਵਿੱਚ ਦੱਸੂਗਾ, ਨੀਅਰ ਅਬਾਊਟ 70,000 ਤੋਂ ਲੈ ਕੇ 1.5 ਤੋਂ ਲੈ ਕੇ 2 ਲੱਖ ਤੱਕ ਆ ਜਾਂਦੀ ਹੈ। ਨੀਅਰ ਅਬਾਊਟ 70 ਜਾਂ 1.5 ਲੱਖ ਦੇ ਵਿੱਚ ਹੀ ਆਉਂਦੀ ਹੈ ਆਲਮੋਸਟ। ਜਿਵੇਂ ਕਿ ਨੈਸ਼ਨਲ ਤਾਈਵਾਨ ਯੂਨੀਵਰਸਿਟੀ ਹੈ ਐਂਡ ਯੂਨੀਵਰਸਿਟੀਜ਼ ਬਹੁਤ ਹੈ ਹੋਰ ਵੀ। ਹੁਣ ਜਦੋਂ ਆਪਾਂ ਸਿਲੈਕਸ਼ਨ ਆਫ ਕੋਰਸ ਕਰਨਾ, ਜਦੋਂ ਤੁਹਾਡੇ ਸਿਲੈਕਸ਼ਨ ਆਫ ਕੋਰਸ ਕਰੋਗੇ ਤੁਹਾਡੇ ਜੋ ਪਰਸੈਂਟੇਜ ਨੇ, ਪਹਿਲੀ ਗੱਲ ਤਾਂ ਦੇਖੋ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਪਰਸੈਂਟੇਜ ਤਾਈਵਾਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਮੈਟਰ ਨਹੀਂ ਕਰਦੇ। ਪਰ ਫਿਰ ਮੈਂ ਗੱਲ ਕਰੂੰਗਾ ਹੁਣ ਮੈਂ ਜਦੋਂ ਤੁਸੀਂ ਜੇ ਸਕੋਲਰਸ਼ਿਪ ਦੇ ਵਿੱਚ ਅਪਲਾਈ ਕਰਨਾ, ਸਕੋਲਰਸ਼ਿਪ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਹਾਡੇ ਜੋ ਲਾਸਟ ਐਜੂਕੇਸ਼ਨ ਹੈ ਉਹ ਬੈਚਲਰ ਹੋਈ ਹੋਣੀ ਜ਼ਰੂਰੀ ਹੈ ਜਾਂ ਤੁਹਾਡੀ +2 ਹੋਈ ਹੋਣੀ ਜ਼ਰੂਰੀ ਹੈ। ਉਸ ਦੇ ਵਿੱਚ ਜੋ ਤੁਹਾਡੇ ਪਰਸੈਂਟੇਜ ਹੈ ਉਹ ਐਟਲੀਸਟ 60% ਜਾਂ 60 ਤੋਂ ਅਬਵ ਹੋਣੇ ਚਾਹੀਦੇ। ਜੇ ਤੁਹਾਡੇ 60 ਤੋਂ ਘੱਟ ਹੈਗੇ ਆ ਦੈਨ ਤੁਸੀਂ ਅਪਲਾਈ ਤਾਂ ਕਰ ਸਕਦੇ ਹੋ ਬਟ ਸਕੋਲਰਸ਼ਿਪ ਦੇ ਲਈ ਐਲੀਜੀਬਲ ਨਹੀਂ ਹੈਗੇ। ਸੋ ਸਕੋਲਰਸ਼ਿਪ ਦੇ ਲਈ ਐਟਲੀਸਟ 60% ਤੋਂ ਅਬਵ ਹੀ ਤੁਹਾਡੇ ਮਾਰਕਸ ਹੋਣ। ਜੇ ਇਸ ਦੇ ਵਿੱਚ ਜਦੋਂ ਆਪਾਂ ਅਪਲਾਈ ਕਰਾਂਗੇ ਤਾਈਵਾਨ ਦੇ ਵਿੱਚ, ਤੁਹਾਨੂੰ ਪਤਾ ਹੈ ਕਿ ਆਪਾਂ ਹਰ ਇੱਕ ਕੈਂਡੀਡੇਟ ਅਪਲਾਈ ਕਰਦਾ ਹੈ ਲੈਂਗੁਏਜ ਕੋਰਸ ਦੇ ਲਈ। ਲੈਂਗੁਏਜ ਕੋਰਸ ਦੇ ਲਈ ਜੇ ਤੁਸੀਂ ਅਪਲਾਈ ਕਰੋਗੇ ਲੈਂਗੁਏਜ ਕੋਰਸ ਦੇ ਵਿੱਚ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਕੋਲਰਸ਼ਿਪ ਨਹੀਂ ਮਿਲੂਗੀ। ਲੈਂਗੁਏਜ ਕੋਰਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉੱਥੇ ਸਟੱਡੀ ਪਰਮਿਟ ਨਹੀਂ ਮਿਲੂਗਾ, ਜਿਸ ਦੇ ਆਪਾਂ ਕਹਿ ਸਕਦੇ ਹਾਂ ਕਿ ਸਟੱਡੀ ਦੇ ਨਾਲ ਨਾਲ ਤੁਸੀਂ ਵਰਕ ਨਹੀਂ ਕਰ ਸਕਦੇ, ਕਿਉਂਕਿ ਕਰੀ ਸਾਰੀ ਕੰਟਰੀਆਂ ਵਿੱਚ ਹੀ ਜਾਂਦੀ ਹੈ। ਲੈਂਗੁਏਜ ਕੋਰਸ ਦੇ ਵਿੱਚ ਤੁਸੀਂ ਆਪਣੇ ਸਪਾਊਸ ਵੀਜ਼ੇ ਨੂੰ ਨਾਲ ਨਹੀਂ ਲੈ ਕੇ ਜਾ ਸਕਦੇ। ਜੇ ਤੁਸੀਂ ਬੈਚਲਰ ਦੇ ਵਿੱਚ ਜਾਂ ਮਾਸਟਰ ਦੇ ਵਿੱਚ ਜਾਂ PhD ਦੇ ਵਿੱਚ ਅਪਲਾਈ ਕਰੋਗੇ ਦੈਨ ਤੁਸੀਂ ਆਪਣੇ ਸਪਾਊਸ ਨੂੰ ਦੈਨ ਆਪਣੀ ਸਕੋਲਰਸ਼ਿਪ ਨੂੰ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਨਾਲ ਬੈਨੀਫਿਟਸ ਇਹ ਹੈ ਕਿ ਜਦੋਂ ਤੁਸੀਂ ਤਾਈਵਾਨ ਕੰਟਰੀ ਦੇ ਵਿੱਚ ਸਟੱਡੀ ਕਰੋਗੇ ਤੁਸੀਂ ਇਸ ਕੰਟਰੀ ਦੇ ਵਿੱਚ ਚਾਈਨੀਜ਼ ਲੈਂਗੁਏਜ ਬੋਲੀ ਜਾਂਦੀ ਹੈ ਆਲਮੋਸਟ ਤਾਈਵਾਨ ਦੇ ਵਿੱਚ, ਤੁਸੀਂ ਉਹ ਲੈਂਗੁਏਜ ਲਰਨ ਕਰ ਸਕਦੇ ਹੋ। ਈਵਨ ਕਿ ਜੋ ਤੁਸੀਂ ਬੈਚਲਰ ਜਾਂ ਮਾਸਟਰ ਲਓਗੇ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਹੀ ਹੋਊਗੀ। ਮੈਂ ਰਿਪੀਟ ਕਰ ਰਿਹਾ, ਇੰਗਲਿਸ਼ ਮੀਡੀਅਮ ਦੇ ਵਿੱਚ ਹੀ ਸਬਜੈਕਟ ਦੇ ਵਿੱਚ ਸਟੱਡੀ ਮਿਲੂਗੀ, ਬਟ ਜੋ ਲੈਂਗੁਏਜ ਦੇ ਵਿੱਚ ਮਿਲੂਗੀ ਉਹ ਉਹਨਾਂ ਦੀ ਲੈਂਗੁਏਜ ਦੇ ਵਿੱਚ ਹੋਊਗੀ। ਠੀਕ ਹੈ। ਸੋ ਜੇ ਤੁਸੀਂ ਆਪਣੀ ਬੈਚਲਰ ਜਾਂ ਮਾਸਟਰ ਕੰਪਲੀਟ ਕਰ ਲੈਣੇ ਹੋ ਉਸ ਤੋਂ ਬਾਅਦ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ, ਬਟ ਉਸ ਨੂੰ ਬੁਲਾਉਣ ਦੇ ਲਈ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਕਿੰਨੇ ਟਾਈਮ ਬਾਅਦ ਤੁਸੀਂ ਬੁਲਾ ਸਕਦੇ ਹੋ। ਐਟਲੀਸਟ ਕਿਉਂਕਿ ਪ੍ਰੋਫਾਈਲ ਦੇਖਣੀ ਪੈਂਦੀ ਹੈ, ਹਰ ਇੱਕ ਕੈਂਡੀਡੇਟ ਦੀ ਪ੍ਰੋਫਾਈਲ ਮੈਟਰ ਕਰਦੀ ਹੈ। ਪ੍ਰੋਫਾਈਲ ਦੇਖ ਕੇ ਤੁਹਾਨੂੰ ਦੱਸ ਸਕਦੇ ਹੈ ਕਿ ਤੁਹਾਡੇ ਡਾਕੂਮੈਂਟਸ ਕਿਹੜੇ ਪੈਂਡਿੰਗ ਹੈ ਜਾਂ ਤੁਸੀਂ ਕਿੰਨੇ ਟਾਈਮ ਤੱਕ ਜਾ ਸਕਦੇ ਹੋ। ਫਿਰ ਵੀ ਤੁਸੀਂ ਮੰਨ ਕੇ ਚੱਲੋ ਐਟਲੀਸਟ 3 ਮੰਥ ਤੋਂ ਲੈ ਕੇ 6 ਮੰਥ ਦੇ ਪੀਰੀਅਡ ਤੱਕ ਤੁਸੀਂ ਬੁਲਾ ਸਕਦੇ ਹੋ। ਹੁਣ ਇਸ ਦੇ ਵਿੱਚ ਮੈਂ ਗੱਲ ਕਰ ਰਿਹਾ ਸੀ ਤਾਈਵਾਨ ਦੇ ਵਿੱਚ ਜੋ ਲੈਂਗੁਏਜ ਹੈ ਉਹ ਚਾਈਨੀਜ਼ ਲੈਂਗੁਏਜ ਚੱਲਦੀ ਹੈ। ਜਿਹੜੀ ਚਾਈਨੀਜ਼ ਲੈਂਗੁਏਜ ਹੈ ਉਹ ਤਾਈਵਾਨ ਦੇ ਵਿੱਚ ਵੀ ਬੋਲੀ ਜਾਂਦੀ ਹੈ, ਉਹ ਸਾਊਥ ਕੋਰੀਆ ਕੰਟਰੀ ਦੇ ਵਿੱਚ ਵੀ ਬੋਲੀ ਜਾਂਦੀ ਹੈ, ਉਹ ਜਾਪਾਨ ਦੇ ਵਿੱਚ ਵੀ ਬੋਲੀ ਜਾਂਦੀ ਹੈ। ਵੈਸੇ ਮੈਂ ਇਸ ਕੰਟਰੀ ਦੇ ਰਿਗਾਰਡਿੰਗ ਆਲਰੇਡੀ ਮੈਂ ਇੱਕ ਸੈਪਰੇਟ ਵੀਡੀਓ ਵੀ ਬਣਾਈ ਹੈ। ਸੋ ਮਲੇਸ਼ੀਆ ਵਗੈਰਾ ਕੰਟਰੀ ਦੇ ਵਿੱਚ ਵੀ ਤੁਹਾਨੂੰ ਚਾਈਨੀਜ਼ ਪੀਪਲ ਬਹੁਤ ਜ਼ਿਆਦਾ ਮਿਲ ਜਾਣਗੇ। ਸੋ ਇਸੇ ਕਰਕੇ ਜੇ ਤੁਸੀਂ ਤਾਈਵਾਨ ਦੇ ਵਿੱਚ ਸਟੱਡੀ ਕਰੋਗੇ ਉਸ ਦਾ ਬੈਨੀਫਿਟ ਤੁਸੀਂ ਇਹ ਲੈ ਸਕਦੇ ਹੋ ਕਿ ਤੁਸੀਂ
ਹੋਰ ਕੰਟਰੀ ਦੇ ਵਿੱਚ ਵੀ ਸਟੱਡੀ ਕਰੋਗੇ ਤੁਹਾਨੂੰ ਉਸ ਚੀਜ਼ ਦਾ ਬੈਨੀਫਿਟ ਮਿਲ ਜੂ, ਕਿਉਂਕਿ ਤੁਹਾਨੂੰ ਲੈਂਗੁਏਜ ਆਉਂਦੀ ਹੈ। ਸਭ ਤੋਂ ਮੇਨ ਰੀਜ਼ਨ ਕੀ ਹੈ ਕਿ ਤੁਸੀਂ ਉਸ ਦੇ ਵਿੱਚ ਬਿਲਕੁਲ ਫ੍ਰੀ ਸਟੱਡੀ ਤਾਂ ਨਾਲ ਕਰ ਹੀ ਸਕਦੇ ਹੋ, ਨਾਲ ਜੋ ਫੂਡ ਹੈ, ਜੋ ਅਕੋਮੋਡੇਸ਼ਨ ਹੈ, ਉਸ ਦਾ ਚਾਰਜਸ ਵੀ ਤੁਹਾਨੂੰ ਗਵਰਨਮੈਂਟ ਤੁਹਾਨੂੰ ਆਪਣੀ ਪੋਕਟ ਦੇ ਵਿੱਚੋਂ ਤੁਹਾਨੂੰ ਦੇਊਗੀ। ਤੁਸੀਂ ਬਿਲਕੁਲ ਫ੍ਰੀ ਆਫ ਕੋਸਟ ਜਿਹੜੀ ਤਾਇਵਾਨ ਦੇ ਵਿੱਚ ਸਟੱਡੀ ਕਰ ਸਕਦੇ ਹੋ। ਹੁਣ ਜਿਹੜੇ ਇਸ ਦੇ ਵਿੱਚ ਇਨਟੇਕ ਹੁੰਦੇ ਆ, 2 ਹੀ ਇਨਟੇਕ ਹੁੰਦੇ ਆ। ਜੋ ਅਪਲਾਈ ਕਰਨ ਦਾ ਟਾਈਮ ਹੈ, ਜੇ ਤੁਸੀਂ ਫੈਬ ਇਨਟੇਕ ਦੇ ਵਿੱਚ ਅਪਲਾਈ ਕਰਨਾ ਹੈ, ਫੈਬ ਇਨਟੇਕ ਦੇ ਵਿੱਚ ਓਨਲੀ 2 ਮੰਥ ਹੀ ਹੁੰਦੇ ਆ ਅਪਲਾਈ ਕਰਨ ਦੇ ਲਈ, ਜਿਸ ਦੇ ਵਿੱਚ ਤੁਹਾਡਾ ਪੋਰਟਲ ਓਪਨ ਹੁੰਦਾ ਹੈ। ਮੈਂ ਤੁਹਾਨੂੰ ਕਲੀਅਰ ਦੱਸਾਂ, ਇਸ ਦੇ ਵਿੱਚ ਸ਼ੈਨਿੰਗਨ ਦੇ ਲਈ ਨਹੀਂ ਹੈ, ਜਿਵੇਂ ਕਿ ਸ਼ੈਨਿੰਗਨ ਦਾ ਪਹਿਲਾਂ ਹੀ 6 ਮੰਥ ਪਹਿਲਾਂ ਓਪਨ ਹੋ ਜਾਂਦਾ ਹੈ। ਇਸ ਦੇ ਵਿੱਚ ਓਨਲੀ ਅਪਲਾਈ ਕਰਨ ਵੇਲੇ ਓਨਲੀ 2 ਮੰਥ ਹੀ ਉਹ ਪੋਰਟਲ ਓਪਨ ਰਹਿੰਦਾ ਹੈ, ਜਿਵੇਂ ਕਿ ਅਗਸਤ ਵਿੱਚ ਤੇ ਅਕਤੂਬਰ ਦੇ ਵਿੱਚ। ਠੀਕ ਹੈ, ਅਗਸਤ ਜਾਂ ਅਕਤੂਬਰ ਦੇ ਵਿੱਚ ਆਪਣਾ ਪੋਰਟਲ ਇਹਨਾਂ ਦਾ ਓਪਨ ਰਹਿੰਦਾ, ਜਾਂ ਅਗਸਤ ਜਾਂ ਸਤੰਬਰ ਓਨਲੀ 2 ਮਿੰਟ ਰਹਿੰਦਾ, 2 ਮੰਥ ਰਹਿੰਦਾ। ਤੇ ਜੇ ਤੁਸੀਂ ਅਪਲਾਈ ਕਰਨਾ ਹੈਗਾ ਦੈਨ ਸਤੰਬਰ ਇਨਟੇਕ ਦੇ ਵਿੱਚ, ਇਸ ਦਾ ਜੋ ਪੋਰਟਲ ਹੈ ਉਹ ਤੁਸੀਂ ਮੰਨ ਕੇ ਚੱਲੋ ਕਿ ਜੈਨ ਦੇ ਮਿਡ ਦੇ ਵਿੱਚ ਸਟਾਰਟ ਹੋ ਜਾਂਦਾ ਤੇ ਫੈਬ ਜਾਂ ਮਾਰਚ। ਜੇ ਤੁਸੀਂ ਕਹੋਗੇ ਕਿ ਜੂਨ ਜੁਲਾਈ ਦੇ ਵਿੱਚ ਮੈਂ ਸਤੰਬਰ ਇਨਟੇਕ ਦੇ ਵਿੱਚ ਜਾਣਾ ਚਾਹੁੰਦਾ, ਦੈਨ ਨਾਟ ਪੋਸੀਬਲ, ਬਿਕੋਜ਼ ਦਾ ਪੋਰਟਲ ਕਲੋਜ਼ ਹੋ ਚੁੱਕਿਆ ਹੈ। ਇਹ ਬਹੁਤ ਹੀ ਜਲਦੀ ਕਲੋਜ਼ ਹੋ ਜਾਂਦਾ ਹੈ। ਡਾਕੂਮੈਂਟਸ ਕਿਹੜੇ ਚਾਹੀਦੇ ਹੈ? 10ਵੀਂ ਦਾ ਚਾਹੀਦਾ ਹੈ, 12ਵੀਂ ਦਾ ਚਾਹੀਦਾ ਹੈ, ਇੱਕ MOI ਚਾਹੀਦਾ, ਇੱਕ ਪਾਸਪੋਰਟ ਚਾਹੀਦਾ ਹੈ, ਤੇ ਇੱਕ ਫੰਡ ਚਾਹੀਦਾ 4 ਤੋਂ ਲੈ ਕੇ 5 ਲੱਖ ਰੁਪਏ। ਜੇ ਤੁਹਾਡੇ ਅਕਾਊਂਟ ਦੇ ਵਿੱਚ ਨਹੀਂ ਹੈਗੀ, ਤੁਸੀਂ ਆਪਣੇ ਪੇਰੈਂਟਸ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਉਹਨਾਂ ਤੋਂ ਐਫੀਡੇਵਿਟ ਸਪੋਰਟ ਲਿਖਾ ਕੇ ਤੁਸੀਂ ਆਪਣੀ ਫਾਈਲ ਨੂੰ ਅਪਲਾਈ ਕਰ ਸਕਦੇ ਹੋ। ਸੋ ਤਾਇਵਾਨ ਕੰਟਰੀ ਨੂੰ ਤੁਸੀਂ ਸਰਚ ਆਊਟ ਕਰੋ ਇੰਟਰਨੈਟ ਦੇ ਉੱਪਰ, ਚੈੱਕ ਕਰੋਗੇ ਤਾਇਵਾਨ ਕੰਟਰੀ ਇਸ ਤਰ੍ਹਾਂ ਦੀ ਹੈ। ਸੋ ਜੋ ਕੈਂਡੀਡੇਟਸ ਲੱਖਾਂ ਰੁਪਏ ਲਾ ਕੇ ਜਾਂਦੇ ਨੇ ਵੀ ਅਸੀਂ ਜੀ ਜਾਣਾ ਹੀ ਜਾਣਾ ਹੈ, ਇੱਕ ਉਹਨਾਂ ਲਈ ਮੈਂ ਕਹਿਣਾ ਕਿ ਇੱਕ ਵਧੀਆ ਕਿ ਬੈਸਟ ਵੇ ਹੈ, ਜਿਸ ਦੇ ਵਿੱਚ ਤੁਸੀਂ ਆਪਣੀ ਫਾਈਲ ਨੂੰ ਵੀ ਇੱਕ ਸਹੀ ਤਰੀਕੇ ਨਾਲ ਜਾਓਗੇ ਤੇ ਨਾਲੇ ਤੁਸੀਂ ਉੱਥੇ ਸਟੱਡੀ ਵੀ ਬਿਲਕੁਲ ਫ੍ਰੀ ਆਫ ਕੋਸਟ ਸਟੱਡੀ ਕਰ ਸਕਦੇ ਹੋ। ਕਿ ਤੁਹਾਨੂੰ ਦੱਸਿਆ ਕਿ ਉਹਨਾਂ ਤੋਂ ਬਹੁਤ ਲੋਟ ਆਫ ਬੈਨੀਫਿਟਸ ਵੀ ਲੈ ਸਕਦੇ ਹੋ। ਸੋ ਜੇ ਤੁਸੀਂ ਜ਼ਿਆਦਾ ਇਨਕੁਆਇਰੀ ਲੈਣਾ ਚਾਹੁੰਦੇ ਹੋ, ਤੁਸੀਂ ਸਾਨੂੰ ਕਿਸੇ ਵੀ ਟਾਈਮ